डेड बॉडी जब देख ली थी दीप भैया नहीं देखी, 484 वाले ने, पुलिस वाले 2 गेड़े भी मारे आए थे ऊपर, उनको पता ही नहीं चला, पता नहीं अनगैली करते हैं क्या करते हैं, पुलिस कैसी है। इस कोठी ਦੇ ਵਿੱਚ कैप्टन साहब ਤੇ ਉਹਨਾਂ ਦੇ ਵਾਈਫ ਬਜ਼ੁਰਗ ਜੋੜਾ ਕੱਲਾ ਰਹਿੰਦਾ ਸੀ। तो वो आपके ऊपर छुपे हुए थे यहाँ पे? हाँ, सोलर के नीचे। पिछले 10 साल तो एक नौकरानी काम करती सी सुनीता देवी। बतौर नौकरानी सुनीता देवी जो इस घर ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ, जब पुलिस आई बाहर से बड़ा लॉक, ताला लगा था। हाँ जी। पर अंदर की कुंडियाँ लगी हुई थी। अच्छा जी। ये ताला कस्टडी में लिया जाना था एज एविडेंस, जो ताला लगा हुआ था, लेकिन ये ताला अभी भी यहाँ पे पड़ा हुआ है। डेड बॉडी पड़ी थी, मतलब ऊपर से इनकी भी कुंडी लगाई हुई थी ममती की ना। अच्छा। 484 वालों की भी। तो भैया ने देख लिया उसका पैर निकला हुआ। अच्छा जी। हाँ। सामने वेख रहे हो कि वड्डियां वड्डियां टैंकियां भी लगियां हुई ने। एक येलो कलर की टैंकी थानू दिखाई दे रही होगी, एक ब्लू कलर की टैंकी थानू दिखाई दे रही होगी। उस सोलर पैनल दियां जड़ियां प्लेटां हुंदियां ने, वो प्लेटां दे ओले ओ माँ पुत दोनों छुपे हुए सी। दिल्ली गए हुए हैं, इनका बेटा जज है वहाँ पे दिल्ली हाई कोर्ट में। कितना गहना था, कैसे छुपाया हुआ था। लगते नहीं थे कि 70 साल के हैं। हाँ हाँ, वो मतलब रहते थे, बॉडी अपनी, पढ़े लिखे थे क्योंकि जॉब वाले थे। मेहता जी जॉब करते थे आसाम में। बातचीत होती थी कभी आपसे? हाँ, होती थी, बहुत अच्छी लेडी थी, मॉडर्न थी, पर बेचारी हंसते रहते थे बच्चों के साथ। मेरी पोती है, डॉटर इन लॉ भी है, उसके साथ भी हंसते रहते थे। ਜਿਹੜੀ ਸੁਨੀਤਾ ਦੇਵੀ ਹੈ, ਸੁਨੀਤਾ ਦੇਵੀ ਦੀਆਂ 3 ਕੁੜੀਆਂ ਨੇ ਜੋ ਵਿਆਹੀਆਂ ਹੋਈਆਂ ਨੇ, ਤੇ ਉਹਨਾਂ ਨੂੰ ਵੀ ਜੋ ਦੇਣਾ ਲੈਣਾ ਹੁੰਦਾ ਸੀ ਉਹ ਇਸ ਪਰਿਵਾਰ ਵੱਲੋਂ ਹੀ ਕੀਤਾ ਜਾਂਦਾ ਸੀ। ਯਾਨੀ ਕਿ ਕੈਪਟਨ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਸ ਨੇ ਸੁਨੀਤਾ ਦੇਵੀ ਜੋ ਇੱਕ ਨੌਕਰਾਨੀ ਸੀ ਉਸ ਦੇ ਪਰਿਵਾਰ ਨੂੰ ਇੱਕ ਤਰੀਕੇ ਨਾਲ ਆਪਣਾ ਪਰਿਵਾਰ ਬਣਾਇਆ ਹੋਇਆ ਸੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਚੋਰੀ ਚਕਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਕਿਸੇ ਦਾ ਸਿਲੰਡਰ ਚੱਕ ਲਏ, ਕਿਸੇ ਦਾ ਏਸੀ ਚੱਕ ਲਿਆ ਸੀ, ਲੇਕਿਨ ਇਹ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ। ਇਸ ਗੱਲ ਤੋਂ ਕੈਪਟਨ ਸਾਹਿਬ ਦਾ ਪਰਿਵਾਰ ਬਿਲਕੁਲ ਅਣਜਾਣ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇਸ ਵਕਤ ਪੰਚਕੂਲਾ ਦੇ ਸੈਕਟਰ 21 ਦੇ ਵਿੱਚ ਮੌਜੂਦ ਹਾਂ ਤੇ ਸਨਸਨੀਖੇਜ਼ ਮਾਮਲਾ ਇਸ ਕੋਠੀ ਦੇ ਨਾਲ ਜੁੜਿਆ ਹੋਇਆ ਹੈ। 366 ਨੰਬਰ ਕੋਠੀ। ਇਸ ਕੋਠੀ ਦੇ ਵਿੱਚ ਕੈਪਟਨ ਸਾਹਿਬ ਤੇ ਉਹਨਾਂ ਦੇ ਵਾਈਫ ਬਜ਼ੁਰਗ ਜੋੜਾ ਕੱਲਾ ਰਹਿੰਦਾ ਸੀ ਤੇ ਉਹਨਾਂ ਦੇ ਕੋਲ ਪਿਛਲੇ 10 ਸਾਲ ਤੋਂ ਇੱਕ ਨੌਕਰਾਨੀ ਕੰਮ ਕਰਦੀ ਸੀ ਸੁਨੀਤਾ ਦੇਵੀ, ਜੋ ਇੱਥੇ ਹੀ ਨੇੜੇ 483 ਨੰਬਰ ਕੋਠੀ ਦੇ ਵਿੱਚ ਰਹਿ ਰਹੀ ਸੀ। ਤਾਜੁਬ ਦੀ ਗੱਲ ਇਹ ਹੈ ਕਿ ਇਸ ਬਜ਼ੁਰਗ ਜੋੜੇ ਨੂੰ, ਜੋ ਕਿ ਆਰਮੀ ਤੋਂ ਰਿਟਾਇਰਡ ਕੈਪਟਨ ਨੇ, ਕੈਪਟਨ ਚੰਦਰ ਮੋਹਨ ਤੇ ਉਹਨਾਂ ਦੇ ਵਾਈਫ ਨੀਰਾ ਮਹਿਤਾ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਰੱਖੇ ਹੋਏ ਗਹਿਣੇ ਕਿਤੇ ਆਸੇ-ਪਾਸੇ ਹੋ ਗਏ ਨੇ। ਸਿਰਫ ਇਸ ਗੱਲ ਨੂੰ ਪੁੱਛਣ ਦੇ ਲਈ, ਇਹ ਜਾਣਨ ਦੇ ਲਈ ਕਿ ਉਹ ਗਹਿਣੇ ਕਿੱਥੇ ਨੇ, ਕਿਤੇ ਉਸ ਨੌਕਰਾਨੀ ਨੇ ਇੱਧਰ ਉੱਧਰ ਤਾਂ ਨਹੀਂ ਰੱਖਦਾ ਏ। ਨੀਰਾ ਮਹਿਤਾ ਇਸ ਘਰ ਤੋਂ ਯਾਨੀ ਕਿ 366 ਨੰਬਰ ਕੋਠੀ ਤੋਂ ਨਿਕਲ ਕੇ ਉਸ ਨੌਕਰਾਨੀ ਦੇ ਕੋਲ ਜਾਂਦੇ ਨੇ। ਮੈਂ ਵੀ ਤੁਹਾਨੂੰ ਦੱਸਦਾ ਕਿ ਇੱਥੇ ਇਹ ਬਜ਼ੁਰਗ ਜੋੜਾ ਇਕੱਲਾ ਰਹਿੰਦਾ ਸੀ ਔਰ ਇਹਨਾਂ ਦੇ 2 ਬੇਟੇ ਨੇ ਤੇ ਦੋਨੋਂ ਦੇ ਦੋਨੋਂ ਅਮਰੀਕਾ ਦੇ ਵਿੱਚ ਨੇ। ਇਸ ਛੋਟੀ ਜਿਹੀ ਗੱਲ ਪੁੱਛਣ ਤੇ ਸੁਨੀਤਾ ਦੇਵੀ ਜਿਹੜੀ ਨੌਕਰਾਨੀ ਸੀ ਉਹ ਨੀਰਾ ਮਹਿਤਾ ਦਾ ਕਤਲ ਕਰ ਦਿੰਦੀ ਹੈ। ਪਿਛਲੇ 6 ਮਹੀਨਿਆਂ ਤੋਂ ਹੀ ਨੀਰਾ ਦੇਵੀ ਇਸ ਕੋਠੀ ਦੇ ਵਿੱਚ ਆਈ ਸੀ, ਜੋ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਾਂਗੇ। ਉਸ ਤੋਂ ਪਹਿਲਾਂ ਉਹ ਇੱਕ ਝੁੱਗੀ ਦੇ ਵਿੱਚ ਰਹਿੰਦੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕੈਪਟਨ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਸੁਨੀਤਾ ਦੇਵੀ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਸਾਂਭਦਾ ਸੀ, ਚੰਗਾ ਪੈਸਾ ਵੀ ਦਿੰਦਾ ਸੀ, ਕਿਉਂਕਿ ਜਿਹੜੀ ਸੁਨੀਤਾ ਦੇਵੀ ਹੈ, ਸੁਨੀਤਾ ਦੇਵੀ ਦੀਆਂ 3 ਕੁੜੀਆਂ ਨੇ ਜੋ ਵਿਆਹੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੀ ਜੋ ਦੇਣਾ ਲੈਣਾ ਹੁੰਦਾ ਸੀ ਉਹ ਇਸ ਪਰਿਵਾਰ ਵੱਲੋਂ ਹੀ ਕੀਤਾ ਜਾਂਦਾ ਸੀ। ਯਾਨੀ ਕਿ ਕੈਪਟਨ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਸ ਨੇ ਸੁਨੀਤਾ ਦੇਵੀ ਜੋ ਇੱਕ ਨੌਕਰਾਨੀ ਸੀ ਉਸ ਦੇ ਪਰਿਵਾਰ ਨੂੰ ਇੱਕ ਤਰੀਕੇ ਨਾਲ ਆਪਣਾ ਪਰਿਵਾਰ ਬਣਾਇਆ ਹੋਇਆ ਸੀ। ਸੁਨੀਤਾ ਦੇਵੀ ਦਾ ਇੱਕ ਬੇਟਾ ਹੈ ਤੇ 3 ਬੇਟੀਆਂ ਨੇ ਤੇ ਮਹਿਜ਼ 200 ਮੀਟਰ ਦੂਰੀ ਦੇ ਉੱਤੇ ਇੱਕ ਕੋਠੀ ਹੈ ਜਿੱਥੇ ਸੁਨੀਤਾ ਦੇਵੀ ਦਾ ਪਰਿਵਾਰ ਪਿਛਲੇ 6 ਮਹੀਨਿਆਂ ਤੋਂ ਰਹਿ ਰਿਹਾ ਸੀ। ਤੇ ਆਓ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਉਸ ਕੋਠੀ ਦੇ ਵੱਲ ਨੂੰ। ਇਹ ਵੀ ਦੱਸਿਆ ਜਾਂਦਾ ਹੈ, ਜਿਹੜੇ ਇੱਥੇ ਨੇੜੇ ਤੇੜੇ ਕੰਮ ਕਰਦੇ ਨੇ ਉਹ ਦੱਸਦੇ ਨੇ ਕਿ ਸੁਨੀਤਾ ਦੇਵੀ ਬੇਸ਼ੱਕ ਆਪ ਝੁੱਗੀ ਦੇ ਵਿੱਚ ਰਹਿੰਦੀ ਸੀ, ਲੇਕਿਨ ਇਹਦੇ ਬਾਵਜੂਦ ਵੀ ਉਸ ਦੇ ਕੋਲ 3-4 ਪ੍ਰੋਪਰਟੀਆਂ ਉਸ ਨੇ ਬਣਾਈਆਂ ਹੋਈਆਂ ਨੇ। ਇਹ ਤਾਜੁਬ ਦੀ ਗੱਲ ਹੈ ਕਿ ਆਪ ਝੁੱਗੀ ਦੇ ਵਿੱਚ ਰਹਿਣ ਵਾਲੀ ਔਰਤ, ਜਿਸ ਦਾ ਘਰ ਵਾਲਾ ਦੱਸਿਆ ਜਾਂਦਾ ਕਿ ਬਤੌਰ ਮਿਸਤਰੀ ਲੇਬਰ ਕੰਮ ਕਰਦਾ ਹੈ, ਜਿਹਦੀਆਂ 3 ਬੇਟੀਆਂ ਨੇ, 1 ਬੇਟਾ ਹੈ, ਉਹਦੇ ਕੋਲ 3-4 ਪ੍ਰੋਪਰਟੀਆਂ ਹੋਣ ਔਰ ਆਪ ਉਹ ਝੁੱਗੀ ਦੇ ਵਿੱਚ ਰਹਿੰਦੀ ਹੋਵੇ। ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਝੁੱਗੀ ਦੇ ਵਿੱਚ ਰਹਿੰਦੀ ਸੀ, ਯਾਨੀ ਕਿ 6 ਮਹੀਨੇ ਤੋਂ ਪਹਿਲਾਂ, ਕਿਉਂਕਿ ਇਹ ਜਿਹੜੀ ਕੋਠੀ ਆ ਹੁਣ ਤੋਂ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ, ਜਿਸ ਦੇ ਵਿੱਚ
ਸੁਨੀਤਾ ਦੇਵੀ ਨੇ ਨੀਰਾ ਮਹਿਤਾ ਜੋ ਕਿ ਕੈਪਟਨ ਸਾਹਿਬ ਦੇ ਵਾਈਫ ਨੇ ਉਹਦਾ ਮਰਡਰ ਕੀਤਾ। ਉੱਥੇ ਉਹ ਸਿਰਫ 6 ਮਹੀਨਿਆਂ ਤੋਂ ਰਹਿ ਰਹੀ ਸੀ, ਇਸ ਤੋਂ ਪਹਿਲਾਂ ਝੁੱਗੀ ਦੇ ਵਿੱਚ ਰਹਿ ਰਹੀ ਸੀ। ਤੇ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਚੋਰੀ ਚਕਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਕਿਸੇ ਦਾ ਸਿਲੰਡਰ ਚੱਕ ਲਏ, ਕਿਸੇ ਦਾ ਏਸੀ ਚੱਕ ਲਿਆ, ਇਹੋ ਜਿਹੀਆਂ ਚੀਜ਼ਾਂ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੀ। ਲੇਕਿਨ ਇਹ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ। ਇਸ ਗੱਲ ਤੋਂ ਕੈਪਟਨ ਸਾਹਿਬ ਦਾ ਪਰਿਵਾਰ ਬਿਲਕੁਲ ਅਣਜਾਣ ਸੀ। ਤੇ ਤੁਸੀਂ ਸਾਹਮਣੇ ਵੇਖ ਰਹੇ ਹੋ ਕਿ ਵੱਡੀਆਂ ਵੱਡੀਆਂ ਟੈਂਕੀਆਂ ਵੀ ਲੱਗੀਆਂ ਹੋਈਆਂ ਨੇ। ਇੱਕ ਯੈਲੋ ਕਲਰ ਦੀ ਟੈਂਕੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ, ਇੱਕ ਬਲੂ ਕਲਰ ਦੀ ਟੈਂਕੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ। ਇਹੀ 3 ਕੋਠੀਆਂ ਨੇ ਜਿੱਥੇ ਉਸ ਹੈਰਤ ਅੰਗੇਜ਼, ਉਸ ਸਨਸਨੀਖੇਜ਼ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨੀਰਾ ਮਹਿਤਾ ਆਪਣੇ ਘਰ ਤੋਂ ਨਿਕਲ ਕੇ ਇਸੇ ਰਸਤੇ ਦੇ ਰਾਹੀਂ ਉਸ ਕੋਠੀ ਦੇ ਵਿੱਚ ਜਾਂਦੇ ਨੇ ਜਿੱਥੇ ਸੁਨੀਤਾ ਦੇਵੀ ਦਾ ਪਰਿਵਾਰ ਤੇ ਸੁਨੀਤਾ ਦੇਵੀ ਰਹਿ ਰਹੀ ਸੀ, ਸਿਰਫ ਇਹ ਪੁੱਛਣ ਦੇ ਲਈ ਕਿ ਉਹਨਾਂ ਦੇ ਜਿਹੜੇ ਗਹਿਣੇ ਨੇ ਕਿਤੇ ਸੁਨੀਤਾ ਦੇਵੀ ਨੇ ਇੱਧਰ ਉੱਧਰ ਤਾਂ ਨਹੀਂ ਰੱਖ ਦਿੱਤੇ। ਲੇਕਿਨ ਸੁਨੀਤਾ ਦੇਵੀ ਨੂੰ ਇਹ ਇੰਨਾ ਪੁੱਛਣਾ ਹੀ ਉਹਨਾਂ ਦਾ ਕਹਿ ਲਓ ਕਿ ਗੁਨਾਹ ਹੋ ਗਿਆ। ਉਹਨਾਂ ਦੇ ਉੱਤੇ ਸੁਨੀਤਾ ਦੇਵੀ ਨੇ ਤੇ ਉਹਦੇ ਪੁੱਤ ਨੇ ਇਸ ਤਰੀਕੇ ਦਾ ਹਮਲਾ ਕੀਤਾ ਕਿ ਉਹਨਾਂ ਦੀ ਉੱਥੇ ਜਾਨ ਚਲੀ ਜਾਂਦੀ ਹੈ। ਤਕਰੀਬਨ ਦੱਸਿਆ ਜਾਂਦਾ ਕਿ 3 ਵਜੇ ਦਾ ਵਕਤ ਹੁੰਦਾ ਹੈ ਜਦੋਂ ਕੈਪਟਨ ਸਾਹਿਬ ਆਪਣੇ ਘਰ ਆਉਂਦੇ ਨੇ ਵਾਪਸ ਗੋਲਫ ਖੇਡ ਕੇ। ਕੈਪਟਨ ਸਾਹਿਬ ਆਪਣੀ ਪਤਨੀ ਨੂੰ ਜਦੋਂ ਨਹੀਂ ਵੇਖਦੇ ਤਾਂ ਉਸ ਤੋਂ ਬਾਅਦ ਉਹ ਕਾਲ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਅਕਸਰ ਫ੍ਰੀ ਟਾਈਮ ਦੇ ਵਿੱਚ ਹੀ ਨੀਰਾ ਮਹਿਤਾ ਚਲੇ ਜਾਇਆ ਕਰਦੇ ਸੀ। ਲੇਕਿਨ ਜਦੋਂ ਕਿਤੇ ਵੀ ਨਹੀਂ ਕੁਝ ਪਤਾ ਲੱਗਿਆ ਤਾਂ ਦੱਸਿਆ ਜਾਂਦਾ ਕਿ ਕੈਪਟਨ ਸਾਹਿਬ ਜਦੋਂ ਇੱਥੇ ਆਏ, ਯਾਨੀ ਕਿ 483 ਨੰਬਰ ਕੋਠੀ ਜਿੱਥੇ ਸੁਨੀਤਾ ਦੇਵੀ ਆਪਣੇ ਪਰਿਵਾਰ ਦੇ ਨਾਲ ਪਿਛਲੇ 6 ਮਹੀਨਿਆਂ ਤੋਂ ਰਹਿ ਰਹੀ ਸੀ, ਇੱਥੇ ਤਾਜੁਬ ਦੀ ਗੱਲ ਇਹ ਦੇਖਣ ਨੂੰ ਮਿਲਦੀ ਹੈ ਕਿ ਇੱਥੇ ਤਾਲਾ ਲੱਗਿਆ ਹੁੰਦਾ ਹੈ। ਸੁਨੀਤਾ ਦੇਵੀ ਇਸ ਕੋਠੀ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਰਹਿ ਰਹੀ ਸੀ। 3 ਅਗਸਤ ਨੂੰ ਨੀਰਾ ਮਹਿਤਾ ਸਿਰਫ ਇਹ ਪੁੱਛਣ ਦੇ ਲਈ ਇੱਥੇ ਆਉਂਦੇ ਨੇ ਕਿ ਉਹ ਗਹਿਣੇ ਕਿਤੇ ਸੁਨੀਤਾ ਦੇਵੀ ਨੇ ਇੱਧਰ ਉੱਧਰ ਤਾਂ ਨਹੀਂ ਰੱਖ ਦਿੱਤੇ ਨੇ। ਜਦੋਂ ਇੱਥੇ ਆਉਂਦੇ ਨੇ, ਇਸ ਘਰ ਦੇ ਵਿੱਚ ਆਉਂਦੇ ਨੇ, ਨੀਰਾ ਮਹਿਤਾ ਦਾ ਉੱਥੇ ਮਰਡਰ ਕਰ ਦਿੱਤਾ ਜਾਂਦਾ ਹੈ। ਸੁਨੀਤਾ ਦੇਵੀ ਤੇ ਉਸ ਦਾ ਜਿਹੜਾ ਪੁੱਤ ਸੀ ਰਾਜਾ, ਉਸ ਨੇ ਜਦੋਂ ਨੀਰਾ ਮਹਿਤਾ ਦਾ ਮਰਡਰ ਕੀਤਾ, ਕਤਲ ਕੀਤਾ ਟਸਲ ਦੇ ਵਿੱਚ, ਤੇ ਉਸ ਤੋਂ ਬਾਅਦ ਇਸ ਗੇਟ ਨੂੰ ਬਾਹਰ ਤੋਂ ਤਾਲਾ ਲਗਾਇਆ ਹੋਇਆ ਸੀ, ਜਿਵੇਂ ਤੁਸੀਂ ਇੱਥੇ ਹਾਲੇ ਵੀ ਵੇਖ ਰਹੇ ਹੋ ਤਾਲਾ ਪਿਆ ਹੋਇਆ। ਸੋ ਇੱਥੇ ਤਾਲਾ ਲੱਗਿਆ ਵੇਖ ਕੇ ਕੈਪਟਨ ਸਾਹਿਬ ਨੂੰ ਲੱਗਦਾ ਹੈ ਕਿ ਇੱਥੇ ਤਾਂ ਤਾਲਾ ਲੱਗਿਆ ਹੋਇਆ ਹੈ, ਇਹਦਾ ਮਤਲਬ ਹੈ ਕਿ ਨੀਰਾ ਮਹਿਤਾ ਇੱਥੇ ਨਹੀਂ ਆਏ। ਕਾਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਕੋਈ ਫ਼ੋਨ ਨਹੀਂ ਚੁੱਕਦਾ। ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ। ਜਦੋਂ ਪੁਲਿਸ ਇੱਥੇ ਆਉਂਦੀ ਹੈ, ਪੁਲਿਸ ਤਾਲਾ ਤੋੜਦੀ ਹੈ, ਉੱਤੇ ਜਾਂਦੀ ਹੈ ਤੇ ਉੱਤੇ ਵੀ ਕੋਈ ਨਹੀਂ ਮਿਲਦਾ। ਜਦੋਂ ਉਸ ਤੋਂ ਬਾਅਦ ਛਾਣਬੀਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਜਾ ਕੇ ਪਤਾ ਲੱਗਦਾ ਹੈ ਜਿਹੜੇ ਇੱਥੋਂ 484 ਨੰਬਰ ਕੋਠੀ ਹੁੰਦੀ ਹੈ, ਇੱਥੋਂ ਦੇ ਜਿਹੜੇ ਦੱਸੇ ਜਾਂਦੇ ਨੇ ਜਿਹੜੇ ਮਕਾਨ ਮਾਲਕ ਨੇ, ਉਹ ਜਾ ਕੇ ਉੱਤੇ ਜਦੋਂ ਵੇਖਦੇ ਆ ਕਿ ਜਿਹੜੀ ਟਾਈਲਾਂ ਰੱਖੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਪਲੇਸਮੈਂਟ ਆ ਉਹ ਕਿਤੇ ਹਿੱਲੀ ਹੋਈ ਹੈ, ਕਿ ਜਿੱਥੇ ਟਾਈਲਾਂ ਪਈਆਂ ਸੀ ਟਾਈਲਾਂ ਉੱਥੇ ਨਹੀਂ ਨੇ। ਫਿਰ ਸ਼ੱਕ ਹੁੰਦਾ। ਫਿਰ ਜਦੋਂ ਟਾਈਲਾਂ ਹਟਾ ਕੇ ਵੇਖਦੇ ਨੇ ਤਾਂ ਟਾਈਲਾਂ ਦੇ ਥੱਲੇ ਨੀਰਾ ਮਹਿਤਾ ਦੀ ਲਾਸ਼ ਪਈ ਹੁੰਦੀ ਹੈ। ਸਾਰੇ ਹੈਰਾਨ ਹੋ ਜਾਂਦੇ ਨੇ ਕਿ ਕੀ ਵਾਕਿਆ ਘਟਿਆ। ਤੇ ਦੂਜੇ ਪਾਸੇ ਜਦੋਂ ਇੱਥੇ ਸੁਨੀਤਾ ਦੇਵੀ ਦੇ ਘਰ ਵਾਲਾ ਜੋ ਇੱਕ ਮਿਸਤਰੀ ਦਾ ਕੰਮ ਕਰਦਾ ਹੈ, ਜਦੋਂ ਸ਼ਾਮ ਨੂੰ ਉਹ ਆਉਂਦਾ ਹੈ, ਉਹ ਤੋਂ ਪੁੱਛਿਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਵੀ ਨਹੀਂ ਪਤਾ ਕਿ ਮੇਰੀ ਘਰ ਵਾਲੀ ਸੁਨੀਤਾ ਦੇਵੀ ਤੇ ਮੇਰਾ ਪੁੱਤ ਰਾਜਾ ਕਿੱਥੇ ਹੈ। ਉਸ ਤੋਂ ਬਾਅਦ ਕਿਉਂਕਿ ਸੁਨੀਤਾ ਦੇਵੀ ਦਾ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਸੀ, ਫਿਰ ਦੱਸਿਆ ਜਾਂਦਾ ਹੈ ਇਸ ਕੋਠੀ ਦੇ ਪਿੱਛੇ ਜੋ ਨੇਬਰ ਨੇ, ਪੜੋਸੀ ਨੇ, ਉਹਨਾਂ ਨੇ ਕੋਈ ਛੱਤ ਦੇ ਉੱਤੇ ਹਲਚਲ ਵੇਖੀ ਤੇ ਫਿਰ ਇੱਥੋਂ ਦੇ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਛੱਤ ਦੇ ਉੱਤੇ ਕੋਈ ਹਲਚਲ ਹੈ। ਫਿਰ ਜਾ ਕੇ ਪਤਾ ਲੱਗਿਆ ਕਿ ਜਿਹੜੀ ਸੁਨੀਤਾ ਦੇਵੀ ਹੈ ਤੇ ਉਸ ਦਾ ਜਿਹੜਾ ਪੁੱਤ ਹੈ ਉਹ ਇਸ ਘਰ ਦੀ ਛੱਤ ਦੇ ਉੱਤੇ ਛੁਪੇ ਹੋਏ ਸੀ। ਮੈਮ, ਜਿਹੜੇ ਸੁਨੀਤਾ ਦੇਵੀ ਸੀਗੀ ਜਿਹੜੀ ਨੌਕਰਾਨੀ ਦਾ ਕੰਮ ਕਰਦੀ ਸੀ ਤੇ ਉਹ ਸਾਰੀ ਕੋਠੀ ਦੇ ਵਿੱਚ ਉਹ ਇਕੱਲਾ ਪਰਿਵਾਰ ਉਹੀ ਰਹਿੰਦਾ ਸੀਗਾ? ਹਾਂਜੀ ਹਾਂਜੀ। ਫਿਰ 2 ਮਹੀਨੇ ਪਹਿਲਾਂ ਹੀ ਦੇ ਕੇ ਗਿਆ ਮਕਾਨ ਮਾਲਕ। अच्छा जी। हाँ, वो कह रहे भी साढ़े तो आया नहीं होता, पटना रह रहे हैं वो। अच्छा बेटी के पास अच्छा आंटी अंकल की डेथ हो गई थी मकान मालिक के। हाँ जी हाँ जी। आंटी रह गए थे अकेले, फिर बेटी ले गई उनके पास। एक बेटी थी, जमाई और बेटी, दामाद पटना रहते हैं। हाँ, वो तो काम करती थी, एक इनके घर का करती थी, एक 366 में करती थी, और तो मेरे को पता नहीं किसी का। अच्छा जी। वैसे उस कोठी में वो उनका परिवार अकेला ही था? हाँ अच्छा जी। अकेले ही था, तो अंदर से लॉक था। जब पुलिस आई बाहर से बड़ा लॉक ताला लगा था। हाँ जी। उसके घर वाले से ही कटवाया फिर पुलिस ने। अच्छा जी। हाँ, पर अंदर की कुंडियाँ लगी हुई थी।
अच्छा ही, बाहर भी ताला लगा हुआ था और अंदर भी, उसी वजह से शक हुआ होगा पुलिस को। हाँ, फिर शक हुआ भी ये अंदर ही है, वो गायब की हुई है, जो पूछने आई थी 11 बजे अपने गोल्ड के लिए। अच्छा जी, हाँ, नीरा मेहता जी आए थे। नीरा मेहता जी। अच्छा जी। हाँ, तो किसी ने खोला नहीं अंदर से। घर वाला बोली गया अभी 2 दिन पहले मेरी घरवाली तो गांव चली गई लड़के को लेके। अच्छा, सुनीता देवी का जो हस्बैंड था, हाँ, उसने ये बोला कि 2 दिन पहले वो चले गए हैं। चले गए हैं गांव। अच्छा जी, हाँ जी, फिर पुलिस ने उसको पकड़ लिया ठीक है। और इस घर में बंद कर लिया। अच्छा जी, हमारे घर के ऊपर से लेके गए, हाँ जी हाँ जी हाँ जी। पर नहीं मिले। मतलब ऊपर से इनकी भी कुंडी लगाई हुई थी ममटी की ना, अच्छा, 484 वालों की भी अंदर से कुंडी लगाई थी। ऊपर से बाहर की, अच्छा जी, बाहर की कुंडी लगाई हुई थी। अच्छा 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 अच्छा। हाँ, तो जो फिर बॉडी मिली है जी, वो इन घर से मिली है ना, छत से। और जो सुनीता देवी और उसका जो बेटा है राजा, तो वो आपके ऊपर छुपे हुए थे यहाँ पे। हाँ, सोलर के नीचे। अच्छा, वो तो 2 घंटे के बाद पता चला है। डेड बॉडी देख भी ली थी, पर पड़ोस सारा इकट्ठा हो गया, इतनी हलचल मच गई, गाड़ियाँ से गाड़ियाँ आ रही थी ग्लोबल की, और सारी डेड बॉडी जब देख ली थी, दीप भैया नहीं देखी, 484 वाले ने, पुलिस वाले 2 गेड़े भी मारे आए थे ऊपर, उनको पता ही नहीं चला। पता नहीं अनगैली करते हैं, क्या करते हैं, पुलिस कैसी है ये नहीं पता, क्या उनका ये मतलब होता है। अच्छा। विज्ञाना भी चोरी करे और लेडीज़ की डेथ भी कर दी और फेंक भी रखी है, और फिर भी उन्होंने ढूंढा ही नहीं उसको। और वो तो भैया ने देख लिया, उसका पैर निकला हुआ। अच्छा जी। हाँ, तो मैम ਜਿਹੜੇ ਤੁਹਾਡੇ ਛੁਪੇ ਹੋਏ ਸੀਗੇ ਮਾਂ ਪੁੱਤ ਨਾ ਤੁਹਾਡੀ ਛੱਤ ਤੇ, ਉਹ ਕਹਿੰਦੇ ਕਿ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਸੀ, ਫਿਰ ਤੁਹਾਡੇ ਪੜੋਸੀਆਂ ਨੇ ਪਿੱਛੋਂ फ़ोन ਕੀਤਾ। पिछों पनीत भैया सामने पीछे हमारी कोठी के, अच्छा जी, इस कोठी के पीछे है। अच्छा जी। हाँ, तो उन्होंने देखा कि छत पे कोई हलचल हो रही ऊपर है। से, हाँ ऊपर से, क्योंकि ऊपर से हमारे आसपास वाले भी गए हुए सी, ये भी ऊपर ही थे, डेड बॉडी पड़ी थी। हम दीप भैया को कैसे ही अकेले को रहने दे देते, 484 वाले को। अच्छा इसके मम्मी पापा दिल्ली गए हुए हैं, इनका बेटा जज है वहाँ पे दिल्ली हाई कोर्ट में। अच्छा जी। हाँ, तो हमारा पड़ोस है, हमारे पड़ोसी इतने अच्छे हैं, हम कैसे इनको अकेले को रहने दे देते। भी डेड बॉडी इनकी जी। छत पे गिरा दी। हाँ जी हाँ जी हाँ जी। हाँ, तो हमने तो साथ में ही रहना था, हमारे बच्चे बहू सारे साथ में ही थे। जी। मैं अकेली बाहर थी, वो क्योंकि मोहल्ला इतना इकट्ठा हुआ था। हमारे तो 2 लड़कियां हैं, वो रहती हैं टॉप पे, हम चढ़ते नहीं हैं ऊपर। जी। तो हमें तो मैम, आपको जब ये बात पता लगी तो आप भी हैरान हो गए होंगे। वैसे आप नीरा मेहता जी थे, उनसे कभी बात होती थी आपसे? यहाँ पार्क में सैर करते थे, मेरी डॉटर इन लॉ भी सैर करती थी, कभी बेटियाँ आ जाती थी वो भी सैर करती थी, मैं भी करती थी, तो मेरे हस्बैंड भी। बातचीत होती थी कभी आपसे? हाँ, होती थी, बहुत अच्छी लेडी थी, मॉडर्न थी, पर बेचारी बेटे उसके बाहर रहते हैं। मुझे बता रहे थे जी, जो यहाँ पे कई जो काम करते हैं, वो कहते कि नीरा मेहता जो थे वो काफ़ी उन्होंने फिट भी रखा हुआ था अपना शरीर, लगते नहीं थे कि 70 साल के हैं। हाँ हाँ, वो मतलब रहते थे, बॉडी अपनी, पढ़े लिखे थे क्योंकि जॉब वाले थे। मेहता जी जॉब करते थे आसाम में, तो कैप्टन थे। रिटायरमेंट के बाद ही यहाँ पे कोठी बनाई उन्होंने। बेटे बाहर पढ़ते होंगे, बाहर ही सेट हो गए। उसकी पर्सनैलिटी देखते थे, हमें अच्छी लगती थी, तो 1-2 बात पूछ लेते थे, कर लेते थे, हंसते रहते थे बच्चों के साथ। मेरी पोती है, डॉटर इन लॉ भी है, उसके साथ भी हंसते रहते थे। बेचारे वो तो अच्छे थे जी। मैम, जो ये थी सुनीता देवी, इसको आपने कभी देखा था, कैसा व्यवहार था, कभी शक हुआ था आपको? देखा तो है, इसमें काम करती थी, आंटी की रोटी भी बनाती थी जब आंटी अंकल थे अकेले। जब उनकी बेटी आ जाती थी तो वो भी खाना बनाती थी। किन की? इनकी 483 वालों की। अच्छा, जब मतलब कि अंकल की डेथ नहीं हुई थी तब ये वो थे यहाँ पे? हाँ, यहीं पे ही काम करती थी वो कितने सालों से। अच्छा अच्छा। और ये भी सुना है कि नीरा के घर भी यही काम करती थी। मेरे को वो तो बताते हैं, ये कहते हैं कि 10 साल से उनके घर में काम कर रही थी। ये नहीं पता भी वो ही काम करती थी, पर बेचारी सुबह ये सुना गया भी 11 बजे पूछने आई थी अपने गहने के लिए जी, भी। जी। 2 दिन से हमारे घर काम करने भी नहीं आ रही, अच्छा जी। इसलिए उनको शक पड़ा। फिर उन्होंने गहने देखे, फिर आई उठ के इधर ही। जी। बॉडी फिर यहाँ से ले गए हाँ जी। और उनको बंदों को यहाँ से उतार लिया। तो अच्छा, वो माँ बेटे को फिर यहाँ से उतारा, तो आप भी हैरान होंगे कि यहाँ पे छुपे हुए हैं वो? तो हैरान तो बेटा होना ही होता है, ऐसे ही पड़ोस में कुछ हो जाए हैरान तो होना ही होता है। देखो, किसी की
पता नहीं कैसे, है ना, घर में कैसे कोई कितना गहना था, कैसे छुपाया हुआ था, जी, क्या क्या था क्या नहीं था, हमें क्या नॉलेज। जी मैम, ये वैसे ताज्जुब की बात है, ये देखो वो भी परिवार कैप्टन साहब का परिवार था, इतना ऑफिसर रैंक होता है उनका। आप बता रही हैं इधर भी जो जज साहब हैं, तो इतना ये पोश इलाका है, तो मतलब कि हैरानी हो रही है। इलाका तो है भैया, हमारे मोहल्ले में खुले गेट पड़े रहते थे, कभी भी कोई चीज़ चोरी नहीं हुई थी, क्योंकि 5 गेट लगे हुए हैं। अब कोई सिक्योरिटी नहीं रही मोहल्ले की, कोई 3 बजे आ रहा है इनके शराबा पी पी के, कोई 12 बजे आ रहा है, कोई स्विगी वाला आ रहा है, कोई आ रहा है, तो हम मोहल्ले की सिक्योरिटी कहाँ रहेगी। मैं तो अभी देख रहा था, ये थोड़ी देर पहले ना 5-6 लड़के थे, वो पार्क में आके वहाँ पे बैठे, और फिर कोई आपका ही कोई यहाँ पे रहने वाला था, वो आए फिर सर, उन्होंने फिर उनको गाड़ी में से उतरे, हाँ उनको फिर पूछा और फिर भगाया उनको। हाँ तो ये हो रहा है यहाँ पे हो रहा है। हम भी देखते हैं पार्क में, तो हम भी भगा देते हैं। ऐसे महेशपुर के लड़के लुट के आके बैठते रहते हैं, ये हाँ जी वहीं के लग रहे थे वो। उधर ही रहती हैं, ये भी उधर ही रहती थी पहले। इसका लड़का कह रहे नशेड़ी है, हाँ जी कई बार चोरी करता हुआ भी पकड़ा गया है। हाँ जी मैंने भी सुना है। हाँ, वो कहते कि कोई अभी बता रहे थे कि यहाँ पे कोई पीछे है तो कोठी। हमारे ये प्रेस वाले हैं, जी बेचारों के गरीबी है, चाहे बेटा इनका पढ़ाई जाए, पर आज तक 20 साल हो गए हमें देखते को, इन्होंने ना कभी चोरी, ना कभी खाने की, ना पीने की। कभी चाय की ज़रूरत होगी तो मेरे को बोल देंगे, आंटी 4 कप चाय के बना दो। हमें भी खुशी होती है, अभी हमें कोई चीज़ मिली है ना देने को, हमारे घर भरपूर है, क्या हमें क्या कमी पड़ती है। पर इतने संतुष्ट हैं ये लोग, हमने नहीं कभी देखे इतने गरीब लोग, देखो संतुष्ट रहे लोग। हाँ जी हाँ जी हाँ जी। तो हम अपनी तरफ से चाहे कितनी भी हेल्प कर दें, पर मतलब इन्होंने मांगा नहीं कभी भी। ठीक है, बहुत बहुत धन्यवाद मैम, हमारी तरफ से बहुत दुआएं जी आपको। और बड़ा ताज्जुब होता है, ये इतने पोश इलाका है, इतने शरीफ लोग हैं, ट्रस्ट भी बन जाता है। 10 साल किसी घर में हम काम करें तो ऐसा लगता है जैसे कोई हमारे घर का ही मेंबर है। एक जानवर भी हमारे घर में अगर कुछ समय रह जाए ना, तो ऐसा लगता है कि ये जानवर अपने घर का ही कोई फैमिली का ही मेंबर है। लेकिन ताज्जुब की बात है कि 10 साल किसी घर में काम करने के बावजूद, और वो घर जो उस फैमिली को एक तरीके से अपनी फैमिली समझ रहा हो, उस फैमिली के मालकिन को ही, अपनी मालकिन को ही इस तरीके से कि उनकी जो ज़िंदगी है उन्होंने ख़त्म कर दी, तो एक सवालिया निशान खड़ा हो जाता है। हम सोचने में मजबूर हो जाते हैं कि हम ट्रस्ट किसके ऊपर करें। और जो हम आपको दिखा रहे थे आखिर में, वो ताला ज़रूर दिखाएंगे, वो ताला अभी भी वहाँ पे पड़ा हुआ है जिस ताले की मैं हम बात कर रहे हैं। और ताज्जुब की बात है कि ये ताला भी कस्टडी में नहीं लिया गया, पुलिस द्वारा ये ताला कस्टडी में लिया जाना था एज ए एविडेंस, जो ताला लगा हुआ था, लेकिन ये ताला अभी भी यहाँ पे पड़ा हुआ है। हम उम्मीद करते हैं कि हमें ऐसी खबरें आपको सुनानी ना पड़े, आगे फ्यूचर में भी कभी ऐसा मौका ना आए कि हमें ऐसी खबर आपको सुनानी पड़े। जुड़ने के लिए आपका बहुत बहुत धन्यवाद।